ਨਮਸਕਾਰ। ਪਹਿਲੇ ਵੀ ਹਰ ਸ਼ਨੀਵਾਰ ਜਿਵੇਂ ਗੱਲ ਕਰਦੇ ਹਾਂ ਵੀ ਦੇ ਪ੍ਰਤੀ ਟੌਪਿਕ 'ਤੇ ਬੇਸਿਕਲੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਡਾਕਟਰ ਸਾਹਿਬ ਅੱਜ ਕੱਲ੍ਹ ਇਹ ਹੈ ਵੀ ਜਿਵੇਂ ਸਪੋਜ਼ ਯੰਗ ਪੇਸ਼ੈਂਟ ਨੂੰ ਡੈਥ ਹੋ ਰਹੀ ਹੈ ਜਾਂ ਹਾਰਟ ਅਟੈਕ ਆ ਰਿਹਾ ਕਿਉਂਕਿ ਇਹ ਅੱਜ ਆਪਾਂ ਸਪੈਸ਼ਲ ਆਪਾਂ ਦੋਨੇ ਡਾਕਟਰ ਸਾਹਿਬ ਨੂੰ ਸਪੈਸ਼ਲ ਬੁਲਾਇਆ ਇਸੀ ਕਰਕੇ ਡਾਕਟਰ ਪੰਕਜ ਗੁਪਤਾ ਜੀ ਨੇ ਸਾਡੇ ਨਾਲ ਅਤੇ ਡਾਕਟਰ ਕੋਹਲੀ ਸਾਹਿਬ ਨੇ ਸਾਡੇ ਨਾਲ। ਬੇਸਿਕਲੀ ਕੀ ਹੈ ਅੱਜ ਕੱਲ੍ਹ ਯੰਗ ਬੱਚੇ ਜਿਨ੍ਹਾਂ ਨੂੰ ਅਸੀਂ ਐਕਸਪੈਕਟ ਨਹੀਂ ਕਰ ਸਕਦੇ 30 ਸਾਲ ਦੇ 28 ਸਾਲ ਦੇ ਸਡਨਲੀ ਸਾਡੇ ਕੋਲ ਵੀ ਡਾਕਟਰ ਸਾਹਿਬ ਤੁਸੀਂ ਹੁਣ ਕੇਸ ਕੀਤੇ ਹੈ ਕਿਉਂਕਿ ਉਹ ਪੇਸ਼ੈਂਟ ਇਸ ਪ੍ਰੋਬਲਮ 'ਚ ਆਏ ਵੀ ਮੈਨੂੰ ਗੈਸ ਬਣਦੀ ਹੈ, ਮੇਰੇ ਪੇਟ ਜਲਣ ਹੁੰਦੀ ਹੈ, ਮੈਨੂੰ ਮਨ ਕੱਚਾ ਹੁੰਦਾ ਅਤੇ ਉਹ ਪੇਸ਼ੈਂਟ 3-4 ਦਿਨ ਤੋਂ ਅਸੀਂ ਹਿਸਟਰੀ ਡਾਕਟਰ ਸਾਹਿਬ ਨੇ ਲਈ ਉਹਨਾਂ ਦੀ RMOs ਨੇ ਵੀ ਹਿਸਟਰੀ ਹੈ ਪਹਿਲੇ ਲਈ ਸਾਨੂੰ ਕਿਉਂਕਿ ਜੇ ਆਪਾਂ ਐਮਰਜੈਂਸੀ ਮੈਂ ਵੀ ਉਹਨੂੰ ਪੇਸ਼ੈਂਟ ਨੂੰ ਵੈਸੇ ਹੀ ਮਿਲਣ ਗਿਆ ਅਤੇ ਸਾਨੂੰ ਲੱਗਿਆ ਵੀ ਇਹਨੂੰ ਗੈਸਟਰਾਈਟਿਸ ਹੋ ਗਿਆ ਨਾ ਵੀ 28 ਸਾਲ ਦੇ ਬੱਚੇ ਨੂੰ ਜਾਂ 30 ਸਾਲ ਦੇ ਬੱਚੇ ਨੂੰ ਕੀ ਪ੍ਰੋਬਲਮ ਇੱਦਾਂ ਦੀ ਆਣੀ। डॉक्टर जिसकरण कहते सर ECG हमें कर लेनी चाहिए इसकी। ਜਦੋਂ ਆਪਾਂ ਡਾਕਟਰ ਸਾਹਿਬ ਦੀ ECG ਕੀਤੀ ਤੇ ਡਾਕਟਰ ਸਾਹਿਬ ਨੇ ਦੇਖਿਆ ਵੀ ਉਹਦਾ ਕਾਰਡਿਕ ਪ੍ਰੋਬਲਮ ਹੈ। ਫਿਰ ਡਾਕਟਰ ਕੋਹਲੀ ਸਾਹਿਬ ਨੇ ਉਹਨਾਂ ਦਾ ਨਾਲ ਦੀ ਨਾਲ ਹੀ ਤੁਸੀਂ ਸਰ ਉਦੋਂ ਇੰਟਰਪ੍ਰੀਟ ਕਰਕੇ ਤੇ ਐਂਟੀਰੀਅਰ ਵਾਲ ਹਾਂ ਲੱਗ ਰਿਹਾ ਸੀ ਤੇ ਇਹ ਡਾਕਟਰ ਸਾਹਿਬ ਇਹ ਕਿਉਂ ਤੇ ਬੰਦਾ ਕਿਵੇਂ ਇਹਨੂੰ ਜਲਦੀ ਧਿਆਨ ਕਰੇ ਕਿਉਂਕਿ ਉਹ ਬੰਦਾ ਜਿਮ ਵੀ ਲਾਉਂਦਾ ਸੀ ਮਾੜਾ ਮੋਟਾ ਉਹ ਵੀ 3 ਸਾਲ ਪਹਿਲੇ ਲਾਉਂਦਾ ਸੀ ਤੇ ਪਹਿਲੇ ਆਪਾਂ ਨੂੰ ਲੱਗ ਰਿਹਾ ਸੀ ਵੀ ਜਿਮ ਲਾਉਣ ਕਰਕੇ ਹੋ ਗਿਆ ਤੇ ਉਹ ਪੇਸ਼ੈਂਟ ਕੋਈ ਸਮੋਕਿੰਗ ਨਹੀਂ ਕਰਦਾ ਸੀ, ਕੋਈ ਸ਼ਰਾਬ ਨਹੀਂ ਪੀਂਦਾ ਸੀ ਔਰ ਕੋਈ ਮੋਟਾ ਨਹੀਂ ਸੀ। ਠੀਕ ਹੈ ਨਾ। ਹਾਂ ਤੇ ਯੰਗ ਬੱਚਾ ਸੀ ਤੇ ਮੈਂ ਇਹ ਡਾਕਟਰ ਸਾਹਿਬ ਆਪਾਂ ਕਿਵੇਂ ਇਸ ਚੀਜ਼ ਦਾ ਧਿਆਨ ਕਰੀਏ ਵੀ ਆਪਾਂ ਇਹਨਾਂ ਤੋਂ ਬਚ ਸਕੀਏ ਕਿਉਂਕਿ ਜੇ ਉਹ ਪੇਸ਼ੈਂਟ ਤੁਸੀਂ ਉਦੋਂ ਐਮਰਜੈਂਸੀ ਨੂੰ ਨਾ ਕਰਦੇ ਸ਼ਾਇਦ ਉਹ ਪੇਸ਼ੈਂਟ ਨੂੰ ਆਪਾਂ ਨਾ ਬਚਾ ਪਾਉਂਦੇ ਹੈ ਨਾ। ਹਾਂਜੀ ਦੇਖੋ ਇਹ ਬਿਲਕੁਲ 30 ਸਾਲ ਦੀ ਉਮਰ ਸੀ। ਹਾਂਜੀ ਉਹ ਐਮਰਜੈਂਸੀ 'ਚ ਪਹਿਲੇ 2 ਦਿਨ ਸਾਨੂੰ ਵੀ ਇਹੀ ਲੱਗਿਆ ਵੀ ਜਿਵੇਂ ਗੈਸਟਰਾਈਟਿਸ ਹੋ ਸਕਦਾ ਪੇਸ਼ੈਂਟ ਨੂੰ, ਇਹ ਟਿਪੀਕਲ ਪੇਨ ਸੀਗਾ। ਬਟ ਤੀਜੇ ਦਿਨ ਜਦੋਂ ਉਹ ਆਇਆ ਇੱਕਦਮ ਬਿਲਕੁਲ ਹੀ ਕੋਲੈਪਸ ਸਟੇਟ 'ਚ ਆਲਮੋਸਟ ਆਇਆ ਸੀਗਾ, BP 80 ਸੀਗਾ, ਇਹਨਾਂ ਬਹੁਤ ਜ਼ਿਆਦਾ ਰੈਸਟਲੈਸ ਸੀਗਾ। ਉਸ ਟਾਈਮ ਪਹਿਲੇ ਦਿਨ ਤਾਂ ਉਹਨਾਂ ਦੀ ECG ਚੇਂਜਿਸ ਨਹੀਂ ਸੀਗੀ। ਜਦ ਸਾਡੇ ਕੋਲ ਐਮਰਜੈਂਸੀ 'ਚ ਆਇਆ ਤੇ ਉਹ ਪੇਸ਼ੈਂਟ ਦੀ ਬਿਲਕੁਲ ਟਿਪੀਕਲ ਐਂਟੀਰੀਅਰ ਵਾਲ MI ਦੀ ਚੇਂਜਿਸ ਸੀਗੀਆਂ ਤੇ ਅਸੀਂ ਉਸੇ ਟਾਈਮ ਇਹਨੂੰ ਐਮਰਜੈਂਸੀ ਤੋਂ ਫਿਰ ਆਪਣੇ ICU 'ਚ ਲੈ ਕੇ ਗਏ ਤੇ ਨਾਲ ਐਂਜੀਓਗ੍ਰਾਫੀ ਕੀਤੀ ਕੈਥ ਲੈਬ 'ਚ। ਉਸ 'ਚ ਦੇਖਿਆ ਉਹਦੇ ਵਿੱਚ 100% ਜਿਹੜੀ ਮੇਨ ਨਾੜੀ ਹੁੰਦੀ ਹੈ 100% ਪੂਰੀ ਥ੍ਰੋਮਬਸ ਭਰਿਆ ਹੋਇਆ ਸੀਗਾ, ਉਹਦੇ ਵਿੱਚ ਕਲੌਟਸ ਇੰਨੇ ਸੀਗੇ ਤੇ 100% ਬਲੌਕ ਸੀਗੀ। ਲੱਕੀਲੀ ਮੈਂ ਤਾਂ ਕਹਿੰਦਾ ਕਿ ਉਹ ਪੇਸ਼ੈਂਟ ਬਿਲਕੁਲ ਟਾਈਮ ਸੀ ਸਾਡੇ ਕੋਲ ਪਹੁੰਚ ਗਏ। ਅਸੀਂ ਵਿਦਿਨ 30 ਮਿੰਟਸ ਉਹਦੀ ਆਰਟਰੀ ਨੂੰ ਸਟੈਂਟਿੰਗ ਲਗਾ ਕੇ ਉਹਨੂੰ ਠੀਕ ਕਰਤੇ ਤੇ ਪੇਸ਼ੈਂਟ ਡਿਸਚਾਰਜ ਹੋ ਗਿਆ। ਦੇਖੋ ਜਿਹੜੀ ਆ ਯੰਗ ਪੇਸ਼ੈਂਟ ਦੀ ਡੈਥ ਸਡਨ ਕਾਰਡਿਕ ਡੈਥ ਆਪਾਂ ਕਹਿੰਦੇ ਇਹਦੇ ਕਈ ਕਾਰਨ ਹੁੰਦੇ, ਇਕੱਲਾ ਐਵੇਂ ਨਹੀਂ ਹੈਗਾ ਪਰ ਮੈਜੋਰਟੀ ਜਿਹੜਾ ਕਾਰਨ ਹੁੰਦਾ ਸਡਨ ਕਾਰਡਿਕ ਡੈਥ ਇਨ ਯੰਗ ਪੇਸ਼ੈਂਟ 50% ਜਿਹੜਾ ਡਾਟਾ ਕਹਿੰਦਾ ਉਹ ਹੁੰਦਾ ਬਿਕੋਜ਼ ਆਫ ਕਾਰਡਿਕ ਪ੍ਰੋਬਲਮਸ। ਹੁਣ ਕਾਰਡਿਕ ਵਿੱਚ ਵੀ ਆਲਮੋਸਟ ਜੇ ਆਪਾਂ ਦੇਖੀਏ 80% ਜਿਹੜਾ ਕਾਰਨ ਆਉਂਦਾ ਉਹ ਆਉਂਦਾ ਵੀ ਕਿਹੜੀ ਹਾਰਟ ਦੀ ਜਿਹੜੀ ਨਾੜੀ ਹੁੰਦੀ ਹੈ ਉਹਦੇ ਵਿੱਚ ਕੋਈ ਬਲੌਕੇਜ ਕਲੌਟ ਫਸਣ ਕਾਰਨ ਇੱਕਦਮ ਸਡਨਲੀ ਜਿਹੜਾ ਉਹਦੀ ਸਪਲਾਈ ਬੰਦ ਹੋ ਜਾਂਦੀ ਹੈ ਹਾਰਟ ਦੀ ਤਾਂ ਪੇਸ਼ੈਂਟ ਨੂੰ ਸਡਨਲੀ ਚੈਸਟ ਪੇਨ ਤੇ ਉਹ ਸਡਨ ਕਾਰਡਿਕ ਡੈਥ 'ਚ ਚਲੇ ਜਾਂਦਾ। ਹੁਣ ਇਹਦੇ ਕਈ ਕਾਰਨ ਨੇ, ਇਹ ਨਹੀਂ ਹੈਗਾ ਕਿ ਵੀ ਦੇਰ ਆਰ ਮਲਟੀਪਲ ਰੀਜ਼ਨ। ਜਿਵੇਂ ਕਿ ਵੀ ਆਪਾਂ ਹੈਰੀਡਿਟਰੀ ਤੋਂ ਮੈਂ ਕੁਝ ਸਾਰੇ ਸਟੈਪ ਬਾਈ ਸਟੈਪ ਤੁਹਾਨੂੰ ਦੱਸਦਾ। ਸਭ ਤੋਂ ਪਹਿਲਾਂ ਜੇ ਆਪਾਂ ਹੈਰੀਡਿਟਰੀ ਲੈ ਕੇ ਜਾਵੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ ਜਿਹੜਾ ਸਾਡੇ ਕੋਲ ਪੇਸ਼ੈਂਟ ਆਇਆ ਉਹਦੀ ਕੋਈ ਹਿਸਟਰੀ ਨਹੀਂ ਸੀਗੀ, ਜਿਵੇਂ ਕੋਈ ਉਹ ਸਟੀਰੋਇਡਸ ਨਹੀਂ ਲੈ ਰਿਹਾ ਸੀਗਾ, ਕੋਈ ਉਹਦੀ ਫੈਮਿਲੀ ਹਿਸਟਰੀ ਨਹੀਂ ਸੀਗੀ, ਕੋਈ ਮਤਲਬ ਲਾਈਫ ਸਟਾਈਲ ਵੀ ਬਹੁਤ ਅੱਛਾ था। ਉਹ ਇੱਕ ਬੇਸਿਕਲੀ ਉਹ ਆਰਮੀ ਪਰਸਨ ਸੀਗੇ, ਇੱਕ ਆਰਮੀ 'ਚ ਹੀ ਜੌਬ ਕਰ ਰਿਹਾ ਸੀਗਾ। ਹੁਣ ਇਹਨਾਂ ਕਾਰਨ ਜੇ ਅਸੀਂ ਦੇਖਿਆ ਜਾਵੇ ਆਪਾਂ ਕੀ ਕਾਰਨ ਕਹਿ ਸਕਦੇ ਹਾਂ। ਦੇਖੋ ਪਹਿਲਾ ਕਾਰਨ ਹੁੰਦਾ ਹੈਰੀਡਿਟਰੀ ਤੇ ਕਈ ਪ੍ਰੋਬਲਮਸ ਆਉਂਦੀਆਂ ਜਿਵੇਂ ਕਿਸੇ ਨੂੰ ਮਸਕੂਲਰ ਹਾਈਪਰਟ੍ਰੋਫੀ ਹੋਵੇ, ਜਿਵੇਂ ਹੌਕਮ ਇੱਕ ਬਿਮਾਰੀ ਹੁੰਦੀ ਹੈ, ਇੱਕ ARVD ਹੁੰਦਾ। ਦੂਜਾ ਕਾਰਨ ਕੀ ਹੁੰਦਾ ਹੈਰੀਡਿਟਰੀ ਦੇ ਵਿੱਚ ਕੁਝ ਚੈਨੈਲੋਪੈਥੀਜ਼ ਹੁੰਦੀਆਂ ਜਿਵੇਂ ਲੌਂਗ QT ਸਿੰਡਰੋਮ ਹੋਵੇ, ਬਰੂਗਾਡਾ ਸਿੰਡਰੋਮ। ਇਹਨਾਂ ਪੇਸ਼ੈਂਟਸ ਦੇ ਵਿੱਚ ਕੀ ਹੁੰਦਾ ਸਡਨਲੀ ਕਾਰਡਿਕ ਡੈਥ ਦੇ ਚਾਂਸ ਹੁੰਦੇ ਆ ਤੇ ਕਈਆਂ ਦੀ ਆਪਾਂ ਨੇ ਅਸੀਂ ਕੀ ਦੇਖਿਆ ਸਟੱਡੀਜ਼ 'ਚ ਜੇ ਅਸੀਂ ਆਮ ਵੀ ਪੇਸ਼ੈਂਟ ਦੇਖੇ ਆ ਖੂਨ ਗਾੜੇ ਦੀ ਜ਼ਿਆਦਾ ਟੈਂਡੈਂਸੀ ਰਹਿੰਦੀ ਹੈ, ਉਹਨੂੰ ਕਹਿੰਦੇ ਥ੍ਰੋਮਬੋਫਿਲਿਕ ਡਿਸਆਰਡਰਸ। ਜਿਵੇਂ ਪ੍ਰੋਟੀਨ ਸੀ ਪ੍ਰੋਟੀਨ ਹੈ ਉਹ ਬਹੁਤ ਜ਼ਿਆਦਾ ਚੀਜ਼ਾਂ ਆਪਾਂ ਉਸ 'ਚ ਡਿਟੇਲ 'ਚ ਨਹੀਂ ਜਾਵਾਂਗੇ। ਤੀਜਾ ਕਾਰਨ ਇਹ ਹੋ ਗਿਆ। ਚੌਥਾ ਕਾਰਨ ਕੀ ਹੁੰਦਾ ਜੇ ਕਿਸੇ ਪੇਸ਼ੈਂਟ ਨੂੰ ਕੋਈ ਜਿਵੇਂ ਵਾਇਰਲ ਇਨਫੈਕਸ਼ਨ ਹੋ ਜਾਵੇ, ਵਾਇਰਲ ਆਪਾਂ ਕਹਿੰਦੇ ਆ ਉਹਦੇ ਨਾਲ ਕੀ ਹੁੰਦਾ ਜਿਹੜੀ ਹਾਰਟ ਦੀ ਮਸਲ ਉਹ ਵੀ ਵੀਕ ਹੋ ਜਾਂਦੀ ਹੈ, ਉਹਨੂੰ ਆਪਾਂ ਟਰਮ ਯੂਜ਼ ਕਰਦੇ ਹਾਂ ਵਾਇਰਲ ਮਾਇਓਕਾਰਡਾਈਟਿਸ। ਉਸ ਨਾਲ ਕੀ ਹੁੰਦਾ ਸਡਨਲੀ ਪੇਸ਼ੈਂਟ ਦੀ ਹਾਰਟ ਪੰਪਿੰਗ ਡਾਊਨ ਹੋ ਜਾਂਦੀ ਹੈ, ਕਲੌਟਸ ਬਣ ਜਾਂਦੇ ਆ ਤਾਂ ਉਹ ਪੇਸ਼ੈਂਟ ਕਦੇ ਵੀ ਇਸ ਸਡਨ ਉਸ 'ਚ ਜਾ ਸਕਦਾ ਤੇ ਇਹ ਚੀਜ਼ ਕਦੇ ਆਪਾਂ ਡਿਟੈਕਟ ਵੀ ਨਹੀਂ ਹੁੰਦੀ ਕਈ ਵਾਰ ਕਿਉਂਕਿ ਆਪਾਂ ਨੂੰ ਲੱਗਦਾ ਬੁਖਾਰ ਹੈ ਆਪਾਂ ਨੋਰਮਲ ਦਵਾਈ ਲੈ ਕੇ ਪੇਸ਼ੈਂਟ ਠੀਕ ਹੋ ਜਾਂਦਾ ਬਟ ਆਪਾਂ ਗ੍ਰੈਜੂਅਲੀ ਉਹਨੂੰ ਕੀ ਸਿੰਪਟਮ ਸਟਾਰਟ ਹੋ ਜਾਂਦੇ ਆ ਇੱਕਦਮ ਸਾਹ ਚੜ੍ਹਨ ਦੇ, ਛਾਤੀ 'ਚ ਘਬਰਾਹਟ, ਭੁੱਖ ਨਾ ਲੱਗਣੀ। ਸੋ ਇਹ ਬੇਸਿਕਲੀ ਕਾਰਨ ਹੈ ਹੈਰੀਡਿਟਰੀ ਜਿਹਦਾ ਕਾਰਨ ਆਪਾਂ ਨੂੰ ਇੱਕ ਇਹ ਹੋ ਸਕਦੀ ਯੰਗ ਪੇਸ਼ੈਂਟ ਦੇ ਵਿੱਚ। ਅਤੇ ਦੂਜਾ ਮੇਨ ਕਾਰਨ ਕੀ ਆ ਜਾਂਦਾ ਫੈਮਿਲੀ ਹਿਸਟਰੀ ਮਤਲਬ ਜਿਨ੍ਹਾਂ ਦੇ ਪੇਰੈਂਟਸ ਮਾਂ ਪਿਓ ਜਿਨ੍ਹਾਂ ਨੂੰ ਕੀ ਕਹਿੰਦੇ ਆ ਜਿਹੜੇ ਕਿ ਯੰਗ ਏਜ ਦੇ ਵਿੱਚ ਜਿਨ੍ਹਾਂ ਨੂੰ ਆਹ ਪ੍ਰੋਬਲਮ ਹੋਵੇ ਡਾਇਬਟੀਜ਼ ਦੀ ਜਾਂ ਹਾਈ ਕੋਲੈਸਟਰੋਲ ਹੋਵੇ ਜਾਂ ਸਡਨ ਡੈਥ ਉਹਨਾਂ ਦੀ ਫੈਮਿਲੀ ਹਿਸਟਰੀ 'ਚ ਹੋਈ ਹੋਵੇ। ਸੋ ਦੂਜਾ ਇਹ ਮੇਨ ਕਾਰਨ ਹੁੰਦਾ। ਤੀਜਾ ਅੱਜ ਕੱਲ੍ਹ ਆਪਾਂ ਦੇਖਿਆ ਯੰਗਸਟਰਸ ਕਈ
ਇੰਨਾ ਇੱਕ ਤਾਂ ਸਟ੍ਰੈਸ ਵੀ ਵੱਧ ਗਿਆ ਗਿਆ ਤੇ ਉਹਦੇ ਕਾਰਨ ਕਈ ਆਪਾਂ ਡਰੱਗਸ ਵੀ ਲੈਣੇ ਸਟਾਰਟ ਕਰ ਦਿੰਦੇ ਹਾਂ, ਜਿਵੇਂ ਓਪੀਅਮ ਹੋ ਗਿਆ, ਐਂਫੀਟਾਮੀਨਸ ਹੋ ਗਏ, ਜਾਂ ਤੀਜਾ ਜਿਹੜਾ ਚੌਥਾ ਮੇਨ ਕਾਰਨ ਹੈਗਾ ਜਿਹੜੇ ਆਪਾਂ ਵੀ ਅਸੀਂ ਕਈ ਪੇਸ਼ੈਂਟਾਂ 'ਚ ਦੇਖਦੇ ਹਾਂ, ਜਿਹੜੇ ਕਿ ਆਪਾਂ ਹੁਣ ਸੈਲੀਬ੍ਰਿਟੀਜ਼ ਆਪਾਂ ਕਹਿੰਦੇ ਹੈਗੇ ਆ, ਜਾਂ ਜਿਹੜੇ ਜਿਮ 'ਚ ਲੋਕ ਜਾਂਦੇ ਆ, ਉਹਨਾਂ ਦੀ ਸਡਨ ਡੈਥ ਦਾ ਕਾਰਨ ਕੀ ਹੈ? ਉਹ ਹੁੰਦਾ ਹੈ ਕਿ ਜਦ ਵੀ ਕਈ ਲੋਕ ਜਿਵੇਂ ਵੇਟ ਲਿਫਟਰਸ ਹੋ ਗਏ, ਜਿਮ ਇਹ ਕੀ ਕਰਦੇ ਹੈਗੇ ਆ, ਜਲਦੀ ਬਾਡੀ ਬਣਾਉਣ ਦੇ ਚੱਕਰ 'ਚ ਵੀ ਸਾਡੀ ਮਸਲ ਗੇਨ ਹੋਵੇ, ਕੁਝ ਪ੍ਰੋਟੀਨਸ ਜਾਂ ਸਟੀਰੋਇਡਸ ਲੈਣਾ ਸਟਾਰਟ ਕਰ ਦਿੰਦੇ ਆ। ਦੇਖੋ ਉਹਦੇ ਵਿੱਚ ਤਾਂ ਆਲਦੋ ਜਿਹੜੇ ਜਿਮ ਇੰਸਟਰਕਟਰਸ ਹੁੰਦੇ ਉਹ ਤਾਂ ਕਹਿੰਦੇ ਹੈ ਕਿ ਵੀ ਅਸੀਂ ਇਹ ਪਿਓਰ ਪ੍ਰੋਟੀਨ, ਇਹਦੇ ਵਿੱਚ ਕੋਈ ਸਟੀਰੋਇਡ ਨਹੀਂ, ਬਟ ਸਟਿਲ ਨੋਬਡੀ ਨੋਜ਼ ਕਿ ਵੀ ਉਹਦੇ ਵਿੱਚ ਐਕਚੁਅਲ ਹੈ ਕਿਆ, ਬਿਕੋਜ਼ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਹੈ। ਸੋ ਬੇਸਿਕਲੀ ਇਹਨਾਂ ਨੂੰ ਆਪਾਂ ਕਹਿੰਦੇ ਐਨਾਬੋਲਿਕ ਜਿਹੜੇ ਸਟੀਰੋਇਡ, ਐਂਡਰੋਜੈਨਿਕ ਐਨਾਬੋਲਿਕ ਸਟੀਰੋਇਡਸ। ਇਹ ਇੱਕ ਬਹੁਤ ਇੰਪੋਰਟੈਂਟ ਜਿਹੜੇ ਇਹ ਇੱਕ ਡਰੱਗ ਹੈ ਜਿਹਦੇ ਕਾਰਨ ਆਲਦੋ ਮਸਲ ਗੇਨ ਤਾਂ ਹੋ ਜਾਂਦਾ ਉਹਨਾਂ ਦਾ, ਬਾਡੀ ਲਿਫਟਰਸ ਆ ਜਿਹੜੇ ਆਪਣੇ ਐਥਲੀਟਸ ਹੁੰਦੇ ਆ, ਬਟ ਇਹਦੇ ਕੀ ਪਾਇਆ ਗਿਆ, ਇਹਦੇ ਵਿੱਚ ਇਹ ਇੱਕ ਥ੍ਰੋਮਬੋਜੈਨਿਕ ਮਟੀਰੀਅਲ ਹੁੰਦਾ, ਸਟੀਰੋਇਡ ਹੁੰਦਾ, ਇਹਦੇ ਵਿੱਚ ਥ੍ਰੋਮਬਿਨ ਦੀ ਐਕਟੀਵਿਟੀ ਵੱਧ ਜਾਂਦੀ ਹੈ ਪੇਸ਼ੈਂਟ ਦੀ, ਪਲੇਟਲੇਟ ਜਿਹੜੇ ਹੁੰਦੇ ਜਿਹਦੇ ਕਾਰਨ ਕਲੌਟ ਬਣਦਾ, ਉਹ ਗੱਠਾਂ ਬਣਨੀਆਂ ਸਟਾਰਟ ਹੋ ਜਾਂਦੀਆਂ ਖੂਨ ਦੇ ਵਿੱਚ। ਤੇ ਤੀਜਾ ਕਾਰਨ ਕੀ ਹੈ ਕਿ ਜਿਹੜੀ ਐਂਟੀ ਥ੍ਰੋਮਬੋਟਿਕ ਐਕਟੀਵਿਟੀ ਹੁੰਦੀ ਹੈ ਉਹ ਘਟ ਜਾਂਦੀ ਹੈ। ਸੋ ਆਹ ਤਿੰਨਾਂ ਨਾਲ ਕੀ ਹੁੰਦਾ, ਇੱਕ ਤਾਂ ਉਹਨਾਂ ਦੀ ਮਸਲ ਦੀ ਗਰੋਥ ਜ਼ਿਆਦਾ ਹੋ ਜਾਂਦੀ ਹੈ, ਦੂਜਾ ਕਾਰਨ ਕੀ ਹੈ ਕਲੌਟ ਦੀ ਟੈਂਡੈਂਸੀ ਵੱਧ ਜਾਂਦੀ ਹੈ, ਤੀਜਾ ਜਿਹੜੇ ਅਰੀਥਮੀਆ ਸਡਨਲੀ ਆਪਾਂ ਦੇਖਿਆ ਹੋਊਗਾ ਯੰਗ ਪੇਸ਼ੈਂਟ ਜਿਹੜੇ ਜਿਮ 'ਚ ਹੁੰਦੇ, ਇੱਕ ਮੇਰੇ ਕੋਲ ਕਈ ਪੇਸ਼ੈਂਟਸ ਅਜੇ ਆਏ ਆ ਸਡਨਲੀ ਇੰਨੀ ਜ਼ਿਆਦਾ ਹਾਰਟ ਰੇਟ ਨਾਲ ਆਏ ਆ, ਤੇ ਜੇ ਤੁਸੀਂ ਉਹਨਾਂ ਦੀ ਪ੍ਰੋਪਰ ਹਿਸਟਰੀ ਲਓ ਤੇ ਉਹਦੇ ਵਿੱਚ ਡੈਫੀਨੇਟਲੀ ਤੁਹਾਨੂੰ ਕੋਈ ਨਾ ਕੋਈ ਆ ਕਲੂ ਮਿਲਦਾ ਕਿ ਹਾਂਜੀ ਅਸੀਂ ਸਟੀਰੋਇਡਸ ਲੈਂਦੇ ਸੀਗੇ ਜਾਂ ਨਹੀਂ, ਮਤਲਬ ਇਹ ਪੱਕਾ ਇੱਕ ਉਹ ਹੁੰਦਾ। ਸੋ ਆਹ ਮੇਨ ਜਿਹੜੇ ਕਾਰਨ ਹੈਗੇ ਆ ਵੀ ਇਹੀ ਇੱਕ ਕਾਰਨ ਹੈਗੇ ਆ ਕਿ ਵੀ ਜਿਨ੍ਹਾਂ ਕਾਰਨ ਆਪਾਂ ਦੇਖ ਰਹੇ ਵੀ ਯੰਗਸਟਰ ਆਲਦੋ ਉਹ ਜਿਮ ਵੀ ਜਾਂਦੇ ਹੈਗੇ ਆ, ਸਾਰਾ ਕੁਝ ਕਰਦੇ ਆ, ਬਟ ਕਿਤੇ ਨਾ ਕਿਤੇ ਆਹ ਪ੍ਰੋਬਲਮ ਹੈਗੀ ਹੈ ਵੀ ਜਿਹਦੇ ਵਿੱਚ ਇਹਨਾਂ ਨੂੰ ਸਡਨ ਕਾਰਡੀਅਕ ਡੈਥ ਕਈ ਪੇਸ਼ੈਂਟ ਦੀ ਹੁੰਦੀ ਹੈ। ਠੀਕ ਹੈ। ਤੇ ਦੂਜਾ ਡਾਕਟਰ ਸਾਹਿਬ, ਜਿਵੇਂ ਉਹ ਪੇਸ਼ੈਂਟ ਨੂੰ ਪ੍ਰੋਬਲਮ ਆਈ, ਉਹ ਕੁਝ ਲੈਂਦਾ ਵੀ ਨਹੀਂ ਸੀ, ਤੇ ਪੇਸ਼ੈਂਟ ਨੇ ਵੀ ਥੋੜ੍ਹੀ ਬਹੁਤੀ ਮਤਲਬ ਮੈਂ ਕਹਿੰਦਾ ਅਣਗਹਿਲੀ ਵੀ ਕੀ ਕਹਾਂ ਵੀ, ਕਿਉਂਕਿ ਯੰਗ ਬੱਚਾ ਸੋਚਦੇ ਨਹੀਂ ਵੀ ਮੈਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ, ਘਰ ਦੇ ਵੀ ਨਹੀਂ ਸੋਚਦੇ ਵੀ ਹਾਰਟ ਦੀ ਪ੍ਰੋਬਲਮ ਆ ਸਕਦੀ, ਤੇ ਸਿੰਪਲ ਅਗਲਾ ਗੈਸ ਦੀ ਗੋਲੀ ਲੈ ਲੈਂਦਾ, ਬੈਂਟਾਪ੍ਰੋਜੋਲ, ਰੈਬੀਪ੍ਰਾਜੋਲ, ਡੋਮਪੇਡੋਨ, ਓਮੀਪ੍ਰਾਜੋਲ, ਕੁਝ ਵੀ 1 2 3 ਕੋਈ ਇਨੋ ਪੀ ਲੈਂਦਾ, ਰੂਟੀਨ 'ਚ ਬੇਸਿਕਲੀ ਇਹੀ ਹੁੰਦਾ। ਪਰ ਮੈਂ ਬਾਅਦ 'ਚ ਮੈਨੂੰ ਸਪੈਸ਼ਲ ਪੁੱਛਣ ਗਿਆ, ਮੈਂ ਕਿਹਾ ਯਾਰ ਵੀ ਕਿਉਂ ਹੋਇਆ ਇਹਨੂੰ ਪੇਸ਼ੈਂਟ ਨੂੰ, ਹੈ ਨਾ, ਤੇ ਉਹਨੇ ਦੱਸਿਆ, ਕਹਿੰਦਾ ਵੀ ਮੈਂ ਗੈਸ ਦੀ ਦਵਾਈ ਵੀ ਲਈ, ਮੈਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਹੈ ਨਾ, ਤੇ ਕਹਿੰਦਾ ਜਿਕਦਾ ਜ਼ਰੂਰ ਰਿਹਾ ਮੈਂ ਆਪਣੇ ਆਪ ਨੂੰ, ਤੇ ਨਾ ਮੈਂ ਕੋਈ ਮਤਲਬ ਕਿ ਜਿੱਦਾਂ ਵੀ ਐਂਟਾਸਿਡ ਪੀਤਾ ਉਹਨੇ, ਮੈਨੂੰ ਕੋਈ ਫਰਕ ਨਹੀਂ ਪਿਆ। ਤੇ ਮੇਰੇ ਖਿਆਲ 'ਚ ਇਹਦੇ 'ਚ ਵੀ ਇਹਨਾਂ ਨੂੰ ਪੇਸ਼ੈਂਟ ਨੂੰ ਧਿਆਨ ਰੱਖਣਾ ਚਾਹੀਦਾ ਵੀ ਜੇ ਆਪਾਂ ਨੂੰ ਨਹੀਂ ਫਰਕ ਪੈ ਰਿਹਾ ਤਾਂ ਸਮਥਿੰਗ ਇਜ਼ ਰੋਂਗ, ਹੈ ਨਾ। ਕਿਉਂਕਿ 3 ਦਿਨ ਤੋਂ ਪੇਸ਼ੈਂਟ ਬਿਮਾਰ ਸੀ ਉਹ। ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ, ਕੋਈ ਵੀ ਪੇਸ਼ੈਂਟ ਚਾਹੇ ਉਹ 20 ਸਾਲ ਦੀ ਉਮਰ ਹੈ, ਕੋਈ ਉਹਦੀ 60 ਸਾਲ ਦੀ ਉਮਰ ਹੈ, ਆਪਾਂ ਨੂੰ ਇੱਕ ਬੇਸਿਕ ECG ਦਾ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ, ਤਾਂ ਕਿ ਆਪਾਂ ਮਤਲਬ ਇੱਕ ਛੋਟੀ ਗੱਲ ਕਹਿ ਸਕੀਏ ਕਿ ਵੀ ਹਾਂ ਉਹ ਉਹਨਾਂ ਦੀ ਵੀ ਇਹ ਗੈਸ ਦੀ ਪ੍ਰੋਬਲਮ ਦੇ ਕਾਰਨ ਹੀ ਜਾਂ ਕੋਈ ਹਾਰਟ ਦੇ ਕਾਰਨ ਹੈ, ਪਰ ਇਹਦੀ ECG ਵੀ ਨਾਰਮਲ ਹੈ ਤੇ ਉਹਨੇ ਗੈਸ ਦੀ ਟੈਬਲੇਟ ਉਹਨੂੰ ਰਿਲੀਫ ਨਹੀਂ ਮਿਲ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕਾਰਡਿਕ ਪ੍ਰੋਬਲਮ ਨਹੀਂ ਹੋ ਸਕਦੀ। ਫਿਰ ਵੀ ਆਪਾਂ ਨੂੰ ਰੈਗੂਲਰ ਇੰਟਰਵਲ ਦੇ ਵਿੱਚ ECG ਜਾਂ TMT ਇੱਕ ਵਾਰ ਕਰਵਾ ਕੇ ਰੀਕਨਫਰਮ ਕਰ ਲੈਣਾ ਚਾਹੀਦਾ ਕਿ ਵੀ ਹਾਂ ਵੀ ਇਹ ਤੁਹਾਡੀ ਹਾਰਟ ਦੀ ਹੈ ਜਾਂ ਨਹੀਂ ਹੈ। ECG ਦੇ ਨਾ ਅੱਜ ਕੱਲ੍ਹ ਰਿਪੋਰਟਿੰਗ ਨਾਲ ਆਉਣੀ ਸ਼ੁਰੂ ਹੋ ਗਈ ਹੈ। ਹਾਂਜੀ, ਉਹ ਗਲਤ ਆਈ, ਠੀਕ ਹੈ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ, ਉਹਨਾਂ ਨੇ ਲਿਖਤਾ ਜੀ ECG ਅਬਨੋਰਮਲ, ਤਾਂ ਉਹ ਕਹਿੰਦੇ ਡਾਕਟਰ ਦੀ ਸਲਾਹ ਦੀ ਜ਼ਰੂਰਤ ਹੈ। ECG 'ਚ ਲਿਖਤਾ ਨਾਰਮਲ ਹੈ, ਉਹਨਾਂ ਨੂੰ ਲੱਗਦਾ ਵੀ ਡਾਕਟਰ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ, ECG ਸਾਡੀ ਨਾਰਮਲ ਹੈ, ਕਿ ਉਹ ਪਿੰਡ ਦਾ ਬੰਦਾ ਵੀ ਦੇਖੀ ਜਾਂਦਾ ਹੈ ਨਾ। ਤੇ ਇੱਦਾਂ ਹੀ ਕਈ ਪੇਸ਼ੈਂਟ ਵੀ ਵਿਚਾਰੇ ਹੁੰਦੇ ਆ। ਮੈਂ ਤਾਂ ਇਹ ਰਿਕੁਐਸਟ ਕਰੂੰਗਾ ਜਿਸ ਪੇਸ਼ੈਂਟ ਨੂੰ ਥੋੜ੍ਹੀ ਬਹੁਤੀ ਵੀ ਕਾਰਡਿਕ ਪ੍ਰੋਬਲਮ ਹੈ, ਉਹ ਕਮ ਸੇ ਕਮ ਕੋਈ MD ਮੈਡੀਸਨ ਨੂੰ ਜ਼ਰੂਰ ਦਿਖਾਣ, ਜਾਂ ਕਾਰਡੀਓਲੋਜਿਸਟ ਨਹੀਂ ਹੈ ਨੇੜੇ ਤਾਂ MD ਮੈਡੀਸਨ ਨੂੰ, ਮਤਲਬ ਜਿਹਨੂੰ ਪ੍ਰੋਪਰ ECG ਦੇਖਣੀ ਆਉਂਦੀ ਹੋਵੇ, ਕਿਉਂਕਿ ਕਈ ਵਾਰੀ ਛੋਟੀ ਛੋਟੀ ਚੀਜ਼ਾਂ ਮਿਸ ਕਰ ਜਾਂਦੇ, ਪਰ ਰਿਪੋਰਟਿੰਗ ਨੂੰ ਦੇਖ ਕੇ ਡਾਕਟਰ ਸਾਹਿਬ ਕਈ ਵਾਰੀ ਘਬਰਾ ਜਾਂਦੇ ਵੀ ਹੈ, ਕਈ ਨਾਰਮਲ ਲੈ ਲੈਂਦੇ ਉਹਨੂੰ, ਕਿਉਂਕਿ ਆਮ ਤਾਂ ਬਰੀਕੀ 'ਚ ਨਹੀਂ ਜਾਣਦਾ ਨਾ, ਜੇ ਬਰੀਕੀ 'ਚ ਨਹੀਂ ਜਾਣਦਾ ਪੇਸ਼ੈਂਟ ਦੀ ਜਾਨ ਚਲ ਜਾਂਦੀ। ਜੀ ਬਿਲਕੁਲ। ਔਰ ਮੇਰੇ ਹਿਸਾਬ ਨਾਲ ਜਿਵੇਂ ਕਿ ਮੈਂ ਦੇਖ ਰਿਹਾ ਸੀ ਯੂਰੋਪੀਅਨ ਔਰ ਅਮਰੀਕਨ ਡਾਟਾ ਪਿੱਛੇ ਕਰਕੇ, ਉਹ ਸੋਚਦੇ ਵੀ ਸਾਰਾ ਉਹਨਾਂ ਨੇ ਜੋ ਡਾਟਾ ਕੰਪਾਈਲ ਕੀਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 4% ਤੋਂ ਲੈ ਕੇ 20% ਤੱਕ ਯੰਗ ਅਡਲਟ ਜਿਹੜੇ ਕਿ ਅਗਰੈਸਿਵ ਐਕਸਰਸਾਈਜ਼ ਕਰਦੇ ਆ, ਉਹਦੇ 'ਚ ਮੋਰਟੈਲਿਟੀ ਰੇਟ ਉਹਨਾਂ ਦਾ ਕਈ ਗੁਣਾ ਇਨਕਰੀਜ਼ ਹੋ ਜਾਂਦਾ। ਬਹੁਤ ਸਾਰੇ ਬੱਚੇ ਆਉਂਦੇ ਆ ਆਪਣੇ ਆਪ ਨੂੰ ਫਿਟ ਕਰਨ ਲਈ, ਪਰ ਉਹ ਇੰਨੀ ਅਗਰੈਸਿਵ ਐਕਸਰਸਾਈਜ਼ ਕਰ ਲੈਂਦੇ ਆ ਵਿਦਆਊਟ ਟ੍ਰੇਨਰ ਕਿ ਉਹਨਾਂ ਨੂੰ ਡਿਊਰਿੰਗ ਟ੍ਰੇਨਿੰਗ ਜਾਂ ਡਿਊਰਿੰਗ ਐਕਸਰਸਾਈਜ਼ ਦੇ ਗੈਟ ਕੋਲੈਪਸਡ। ਤੇ ਇਸ ਲਈ ਉਹਨਾਂ ਨੇ ਇਹ ਕੀਤਾ ਵੀ ਪ੍ਰੀ ਅਸੈਸਮੈਂਟ ਇੱਕ ਉਹਨਾਂ ਦਾ ਕੁਐਸਚਨੇਅਰ ਉਹ ਬਹੁਤ ਜ਼ਰੂਰੀ ਹੈ, ਜਿਹੜੇ ਕਿ ਜਿਮ ਜੁਆਇਨ ਕਰਨਾ ਚਾਹੁੰਦੇ ਆ ਉਸ ਤੋਂ ਪਹਿਲੇ ਕਿ ਉਹਨਾਂ ਦਾ ਪ੍ਰੀ ਸਟਾਰਟਿੰਗ ਕੁਐਸਚਨੇਅਰ ਹੋਵੇ, ਸਾਰੀ ਉਹਨਾਂ ਦੀ ਹਿਸਟਰੀ ਲਿੱਤੀ ਜਾਵੇ ਕਿ ਉਹਨਾਂ ਦੀ ਫੈਮਿਲੀ ਹਿਸਟਰੀ ਹੈ, ਕੀ ਪੇਸ਼ੈਂਟ ਨਾਲ ਕੋਈ ਇਹੋ ਜਿਹੀ ਅਗਰੈਸਿਵ ਕੋਈ ਟ੍ਰੀਟਮੈਂਟ ਤਾਂ ਨਹੀਂ ਲਿੱਤੀ, ਪਲੱਸ ਉਹਨਾਂ ਦੀ ਕਾਰਡਿਕ ਚੈੱਕਅਪ ਔਰ ਸਾਰੀ ਇਵੈਲੂਏਸ਼ਨ ਇੱਕ ਮੈਡੀਕਲ ਡਾਕਟਰ ਤੋਂ ਬਿਫੋਰ ਜੁਆਇਨਿੰਗ ਦਾ ਜਿਮ, ਜੋ ਕਿ ਯੂਰੋਪੀਅਨ ਔਰ ਅਮਰੀਕਨ ਸੋਸਾਇਟੀ ਉਹ ਫੋਲੋ ਕਰਦੀ ਹੈ।
ਉਹ ਵੀ ਇੰਡੀਆ 'ਚ ਵੀ ਸਾਨੂੰ ਇਹ ਚੀਜ਼ਾਂ ਜਿਮ ਵਾਲਿਆਂ ਨੂੰ ਅਪਲਾਈ ਕਰਨੀਆਂ ਚਾਹੀਦੀਆਂ ਵੀ ਇੱਕ ਥੋਰਲੀ ਐਗਜ਼ਾਮੀਨੇਸ਼ਨ ਹੋਵੇ, ਫਿਰ ਬੱਚੇ ਨੂੰ ਜਿਮ ਜੁਆਇਨ ਕਰਾਇਆ ਜਾਵੇ ਜਾਂ ਕਾਰਡੀਅਕ ਐਕਸਰਸਾਈਜ਼ਸ ਤੇ ਪਾਇਆ ਜਾਵੇ। ਇਹ ਵੀ ਠੀਕ ਹੈ ਤੁਹਾਡੀ ਗੱਲ। ਪਰ ਦੂਜਾ ਡਾਕਟਰ ਸਾਹਿਬ ਮੈਂ ਇੱਕ ਹੋਰ ਦੇਖਿਆ, ਜਿਵੇਂ ਤੁਸੀਂ ਕੋਈ ਪੇਸ਼ੈਂਟ ਦੀ ਸਟੰਟਿੰਗ ਕਰਦੇ ਆ, ਪੇਸ਼ੈਂਟ ਮੈਂ 90% ਤਾਂ ਇਹੀ ਦੇਖਿਆ ਵੀ ਉਹ ਪੇਸ਼ੈਂਟ ਫਿੱਟ ਨੇ, ਫਿੱਟ ਇਨ ਦਾ ਸੈਂਸ ਵੀ ਉਹ ਮੋਟੇ ਵੀ ਨਹੀਂ ਹੈ, ਠੀਕ ਹੈ ਨਾ। ਫਿਰ ਉਹਨਾਂ ਦੀ ਪੂਰੀ ਹਿਸਟਰੀ ਲੈਣ ਦੀ ਕੋਸ਼ਿਸ਼ ਕਰਦਾ ਵੀ ਕੰਮ ਕੀ ਕਰਦੇ ਆ, ਉਹਨਾਂ ਦਾ ਲਾਈਫ ਸਟਾਈਲ ਕੀ ਹੈ, ਤੇ ਉਹ ਸੌਂਦੇ ਕਿੰਨੇ ਵਜੇ ਹੈ, ਉਹ ਉੱਠਦੇ ਕਿੰਨੇ ਵਜੇ ਹੈ, ਉਹ ਕੀ ਕਰਦੇ ਆ। ਮੈਂ ਡਾਕਟਰ ਸਾਹਿਬ 'ਚ ਇਹ ਦੇਖਿਆ ਉਹਨਾਂ ਮਰੀਜ਼ਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਜਿਹੜੇ ਪੇਸ਼ੈਂਟ ਸਟ੍ਰੈਸ ਨਾਲ ਜੂਝਦੇ ਆ, ਜਿਹੜੇ ਪੇਸ਼ੈਂਟ ਟਾਈਮ ਨਾਲ ਸੌਂਦੇ ਨਹੀਂ। ਕਿਉਂਕਿ ਮੈਂ ਉਹ ਬੱਚੇ ਦੀ ਵੀ ਮੈਂ ਹਿਸਟਰੀ ਲਈ ਪ੍ਰੋਪਰ, ਮੈਂ ਉਹਨੂੰ ਪੁੱਛਿਆ ਪ੍ਰੋਪਰ ਵੀ ਤੂੰ ਸੌਂਦਾ ਕਿੰਨੇ ਵਜੇ ਹੈ, ਤੁਸੀਂ ਉੱਠਦੇ ਕਿੰਨੇ ਵਜੇ ਹੈ, ਤੁਸੀਂ ਜਾਂਦੇ ਕਿੰਨੇ ਵਜੇ, ਤੁਸੀਂ ਕੰਮ ਕੀ ਕਰਦੇ ਆ। ਮੈਂ ਫਿਰ ਉਹਦਾ ਦੇਖਿਆ ਉਹਦੀ ਡਿਊਟੀ ਨਾਈਟ, ਉਹ ਪਰਮਾਨੈਂਟ ਨਾਈਟ ਤੇ ਮਤਲਬ ਆਪਣਾ ਵਰਕ ਕਰ ਰਿਹਾ ਸੀ। ਬੇਸਿਕਲੀ ਕੀ ਹੈ, ਉਹ ਨਾਈਟ 'ਚ ਜੌਬ ਕਰ ਰਿਹਾ, ਉਹ ਆਪਣੇ 8 ਘੰਟੇ ਦੇ ਰਿਹਾ, 6 ਘੰਟੇ 8 ਘੰਟੇ ਦੇ ਰਿਹਾ, ਲੇਕਿਨ ਉਹਨੇ ਦਿਨੇ ਕੀ ਹੈ, ਦਿਨੇ ਉਹ ਮੈਨੂੰ ਐਂ ਲੱਗਦਾ ਵੀ ਉਹ ਦਿਨੇ ਉਹ ਆਪਣੀ ਨੀਂਦ ਪੂਰੀ ਨਹੀਂ ਕਰ ਰਿਹਾ। ਕਿਉਂਕਿ ਜਦੋਂ ਤੁਹਾਡਾ ਖਾਣਾ ਠੀਕ ਨਹੀਂ ਹੈ, ਤੁਹਾਡਾ ਸੌਣਾ ਠੀਕ ਨਹੀਂ ਹੈ, ਉਹ ਵੀ ਸਾਡੀ ਬੋਡੀ ਨੂੰ ਡਿਸਟਰਬ ਕਰਦਾ। ਜੋ ਉਹੀ ਆਪਾਂ ਮੇਨ ਲਾਸਟ ਦੇ ਵਿੱਚ ਇਹੀ ਆ ਜਾਂਦੀ ਹੈ ਗੱਲ, ਲਾਈਫ ਸਟਾਈਲ ਕਿਵੇਂ ਦਾ ਆਪਣਾ। ਲਾਈਫ ਸਟਾਈਲ ਇੱਕ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਪੇਸ਼ੈਂਟ ਦੇ, ਉਹਦੇ ਲਈ ਵੀ ਆਪਾਂ ਕੀ ਖਾ ਰਹੇ ਹਾਂ, ਆਪਣਾ ਸੋਸਾਇਟੀ ਦੇ ਪ੍ਰਤੀ ਕੀ ਵਿਵਹਾਰ ਚੱਲ ਰਿਹਾ ਹੈ। ਤੀਜਾ ਆਪਾਂ ਆਪਣੀ ਬਾਡੀ ਲਈ ਕਿੰਨਾ ਕੁ ਵਰਕਆਊਟ ਕਰ ਰਹੇ ਹਾਂ, ਉਹਦੇ ਲਈ ਐਕਸਰਸਾਈਜ਼ ਕਰ ਰਹੇ ਹਾਂ, ਕਿੰਨਾ ਸਾਊਂਡ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਸਲੀਪ ਪੈਟਰਨ, ਇਹਦੇ ਨਾਲ ਕੀ ਹੁੰਦਾ, ਸਰਕਾਡੀਅਨ ਇੱਕ ਰਿਦਮ ਹੁੰਦੀ ਹੈ ਆਪਣੀ ਬਾਡੀ ਦੀ, ਇਹ ਸਾਰੀ ਹਾਰਮੋਨਲ ਡਿਪੈਂਡੈਂਟ ਹੁੰਦੀ ਹੈ। ਜੇ ਆਪਾਂ ਇਹਨੂੰ ਡਿਸਟਰਬ ਕਰ ਦਾਂਗੇ ਤਾਂ ਡੈਫੀਨਿਟਲੀ ਹਾਰਮੋਨਲ ਇੰਬੈਲੈਂਸ ਹੋਊਗਾ, ਜਿਹਦੇ ਕਾਰਨ ਹੋਰ ਆਪਣੀ ਪ੍ਰੋਬਲਮ ਸਟਾਰਟ ਹੁੰਦੀ ਹੈ, ਬਲੱਡ ਪ੍ਰੈਸ਼ਰ ਦੀ, ਹਾਈ ਸਟੀਰੋਇਡ ਲੈਵਲ ਨਿਕਲਦੇ ਆ, ਉਹ ਅਗੇਨ ਇੱਕ ਜਿਹੜੇ ਫੈਕਟਰਸ ਹੈ ਇਹ ਸਾਰੇ ਅੱਗੇ ਕਲੌਟ ਨੂੰ ਪ੍ਰਮੋਟ ਕਰਦੇ ਆ, ਕਲੌਟ ਫਾਰਮੇਸ਼ਨ, ਖੂਨ ਗਾੜੇ ਨੂੰ ਪ੍ਰਮੋਟ ਕਰਦੇ ਆ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਆਪਾਂ ਅੱਜ ਕੱਲ੍ਹ ਜੰਕ ਫੂਡ ਖਾ ਰਹੇ ਹਾਂ, ਇਹਨਾਂ ਨਾਲ ਕੀ ਹੋ ਰਿਹਾ, ਆਪਣਾ ਜਿਹੜਾ ਬੈਡ ਕੋਲੈਸਟਰੋਲ ਹੈ ਜਿਹਨੂੰ ਆਪਾਂ ਕਹਿੰਦੇ LDL ਲੈਵਲ, ਉਹ ਵੱਧ ਰਿਹਾ। ਉਹ ਵਧਣ ਕੀ ਹੋ ਰਿਹਾ, ਅਲਟੀਮੇਟਲੀ ਆਪਣੀ ਜਿਹੜੀ ਬਲੱਡ ਦੀ ਨਾੜੀਆਂ ਹੁੰਦੀਆਂ, ਚਾਹੇ ਉਹ ਲੱਤਾਂ ਦੀਆਂ, ਚਾਹੇ ਬਾਹਾਂ ਦੀਆਂ, ਚਾਹੇ ਹਾਰਟ ਦੀਆਂ, ਚਾਹੇ ਬ੍ਰੇਨ ਦੀਆਂ, ਆਪਾਂ ਦੇਖੀਏ ਹੈ ਸਾਰਿਆਂ ਨੂੰ ਸਟ੍ਰੋਕ ਹੋ ਰਿਹਾ ਕਿਸੇ ਨੂੰ, ਜਾਂ ਲੱਤਾਂ ਦੀ ਕਿਸੇ ਦੀ ਨਾੜੀ ਦੀ ਬਲੌਕ ਜਿਹੜੀ ਹਾਰਟ ਦੀ ਆਪਾਂ ਕਰ ਹੀ ਰਹੇ ਹਾਂ, ਆਪਾਂ ਦੇਖਦੇ ਪਏ ਹੈਗੇ। ਸੋ ਬੇਸਿਕਲੀ ਕੀ ਹੁੰਦਾ ਇਹਦੇ ਕਾਰਨ, ਇਹ ਬੈਡ ਕੋਲੈਸਟਰੋਲ ਜਿਹੜਾ ਆਪਣੀ ਨਾੜੀਆਂ ਦੀ ਪਰਤ ਬਣਾ ਲੈਂਦਾ। ਅਲਟੀਮੇਟਲੀ ਆਪਾਂ ਜਿੱਥੇ ਵੀ ਆਪਣਾ ਹੋਰ ਕੋਈ ਐਡੀਸ਼ਨਲ ਸਟ੍ਰੈਸ ਫੈਕਟਰ, ਜਿਵੇਂ ਕੋਈ ਸਟ੍ਰੈਸ ਹੋ ਗਿਆ ਪੇਸ਼ੈਂਟ ਨੂੰ, ਇੱਕਦਮ ਕੋਈ ਸਟ੍ਰੈਸ ਹੋਇਆ, ਕੋਈ ਟਰਾਮਾ ਹੋਇਆ ਕਿਸੇ ਨੂੰ, ਜਾਂ ਕਿਸੇ ਨੂੰ ਜਿਵੇਂ ਡਰੱਗਸ ਹੋ ਗਈਆਂ, ਐਂਗਜ਼ਾਈਟੀ ਹੋਈ, ਜਿਹੜੀ ਵੀ ਆ ਚੀਜ਼ਾਂ, ਇਹਦੇ ਨਾਲ ਕੀ ਹੁੰਦਾ, ਉਹ ਕਲੌਟ ਇੱਕਦਮ ਪਲਾਕ ਫਟਦਾ, ਉਸੇ ਟਾਈਮ ਕਲੌਟ ਬਣਦਾ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ। ਤੇ ਇੱਕ ਤੀਜੀ ਗੱਲ ਆਪਾਂ ਜਿਹੜੀ ਜਿਮ ਆਪਾਂ ਇਹ ਕਹਿ ਰਹੇ ਹਾਂ ਵਰਕਆਊਟ ਦੀ ਵੀ, ਹੁਣ ਮੇਰੇ ਕੋਲ ਕਈ ਪੇਸ਼ੈਂਟ ਆਉਂਦੇ ਆ ਡਰਦੇ, ਉਸ ਯੰਗ ਪੇਸ਼ੈਂਟ ਕਿ ਵੀ ਹੁਣ ਡਾਕਟਰ ਸਾਹਿਬ ਅਸੀਂ ਕਰੀਏ ਕੀ ਜੀ, ਜੇ ਅਸੀਂ ਦੇਖਿਆ ਵੀ ਜਿਮ ਜਾਂਦੇ ਕਈ ਉੱਥੇ ਕੋਲੈਪਸ ਹੋ ਜਾਂਦੇ ਕੀ, ਇਹਦਾ ਵੀ ਇੱਕ ਪ੍ਰੋਪਰ ਵੇ, ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਚੈਨਲ ਦਾ, ਐਵੇਂ ਨਹੀਂ ਹੈਗਾ ਵੀ ਆਪਾਂ ਅੱਜ ਇੱਕ ਦਿਨ ਜਾ ਕੇ ਹੀ ਸਾਰੀ ਬਾਡੀ ਬਣਾਉਣੀ ਹੈਗੀ ਹੈ। ਥੋੜਾ ਸਟਾਰਟ ਕਰੋ, ਵਾਰਮ ਅਪ ਕਰੋ ਪਹਿਲਾਂ ਆਪਣੀ ਬਾਡੀ ਨੂੰ, 15-20 ਦਿਨ ਵਾਰਮ ਅਪ ਕਰੋ। ਆਪਾਂ ਐਰੋਬਿਕਸ ਵੀ ਕਰਦੇ ਆ, ਨਹੀਂ ਕਿ ਇੱਕਦਮ ਹੀ ਟ੍ਰੈਡਮਿਲ ਜਾਂ ਐਰੋਬਿਕਸ ਸਟਾਰਟ ਕਰਦੇ ਆ, ਉਹਦਾ ਇੱਕ ਵੇ ਆਊਟ ਹੈ। ਆਪਣੀ ਬਾਡੀ ਨੂੰ ਪੂਰਾ ਹਾਈਡਰੇਟ ਕਰਨਾ ਹੈ ਵਾਰਮ ਅਪ ਕਰਕੇ, ਤਾਂ ਰੈਗੂਲਰ ਪ੍ਰੋਪਰ ਅੰਡਰ ਇੰਸਟਰਕਸ਼ਨ, ਜਿਮ ਇੰਸਟਰਕਸ਼ਨ ਦੇ ਹੀ ਅੱਗੇ ਵਧਣਾ ਚਾਹੀਦਾ। ਐਵੇਂ ਨਹੀਂ ਕਿ ਆਪਾਂ 1-2 ਦਿਨ 'ਚ ਵੀ ਆਪਾਂ ਸਾਰਾ ਕੁਝ ਕਰ ਦਈਏ। ਡੈਫੀਨੇਟਲੀ ਇਹੀ ਕਾਰਨ ਹੈਗੇ ਹੈ ਕਿ ਜਿਹਦੇ ਕਾਰਨ ਬਾਡੀ ਆਪਾਂ ਓਵਰ ਵਰਕਆਊਟ ਕਰਦੇ ਆ, ਉਹ ਡੀਹਾਈਡਰੇਟਿਡ ਹੁੰਦੀ ਹੈ, ਜਿਹਦੇ ਕਾਰਨ ਪਲੇਟਲੈਟਸ ਜਿਹੜੇ ਹੁੰਦੇ ਆਪਣੇ ਸੈੱਲ ਹੁੰਦੇ ਆ, ਉਹ ਐਗਰੀਗੇਟ ਕਰਦੇ ਆ। ਜਦ ਡੀਹਾਈਡਰੇਸ਼ਨ ਹੋ ਜਾਂਦੇ, ਖੂਨ ਗਾੜਾ ਹੋ ਜਾਂਦਾ, ਉਹਨਾਂ ਨੇ ਐਗਰੀਗੇਟ ਕਰਨਾ, ਤੇ ਅਲਟੀਮੇਟਲੀ ਕੀ ਆ, ਕਲੌਟਸ ਬਣਦੇ ਆ, ਤੇ ਉਸੇ ਕਾਰਨ ਹੀ ਇਹ ਸਾਰੀ ਪ੍ਰੋਬਲਮਸ ਆ। ਐਵੇਂ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ, ਦੇਖੋ ਇਹਦਾ ਮੈਸੇਜ ਬੇਸਿਕਲੀ ਕਲੀਅਰ ਕੱਟ ਹੈ ਕਿ ਵੀ ਬਿਲਕੁਲ ਕੋਈ ਉਹ ਡਰਨ ਦੀ ਲੋੜ ਹੈ ਨਹੀਂ ਹੈ ਵੀ। ਨਾਲੇ ਇਹ ਵੀ ਚੀਜ਼ ਨਹੀਂ ਹੈ ਕਿ ਵੀ ਅਸੀਂ ਹੁਣ ਜਿਮ ਜਾਈਏ ਨਾ ਜੀ, ਬਿਲਕੁਲ ਜਾਓ, ਬਟ ਇੱਕ ਹਰ ਚੀਜ਼ ਦਾ ਇੱਕ ਪ੍ਰੋਪਰ ਵੇ ਹੁੰਦਾ। ਜੇ ਆਪਾਂ ਕਹਿੰਦੇ ਐਕਸੈਸ ਟੂ ਐਵਰੀਥਿੰਗ ਇਜ਼ ਬੈਡ ਹੈ, ਜਿਵੇਂ ਜੇ ਹੁਣ ਆਪਾਂ 21 ਦਿਨ 'ਚ ਸਾਰੀ ਵੀ ਮੈਂ ਅੱਜ ਸਾਰਾ ਕੁਝ ਕਰਾਂ, ਉਹ ਬਿਲਕੁਲ ਗਲਤ ਚੀਜ਼ ਹੈ। ਆਪਣਾ ਇੱਕ ਸਿਸਟਮੈਟਿਕ ਵੇ ਨਾਲ ਚੱਲੂਗੇ, ਲਾਈਫ ਸਟਾਈਲ ਵਧੀਆ ਰੱਖੂਗੇ, ਆਪਣਾ ਪ੍ਰੋਪਰ ਸਾਊਂਡ ਐਟਲੀਸਟ 7 to 8 ਆਵਰ ਤੁਹਾਡੀ ਸਲੀਪ ਹੋਣੀ ਚਾਹੀਦੀ ਹੈ। ਜਿਹੜਾ ਤੁਹਾਡਾ ਫੂਡ ਹੈਗਾ ਉਹ ਥੋੜਾ ਤੁਸੀਂ ਦੇਖੋ ਵੀ ਤਲੀ ਵੀ ਚੀਜ਼ਾਂ ਨਹੀਂ ਖਾਣੀਆਂ, ਨਮਕ ਘੱਟ ਖਾਣਾ, ਬਿਕੋਜ਼ ਆ ਜਿੰਨੇ ਵੀ ਫੈਕਟਰਸ ਹੈ ਅਲਟੀਮੇਟਲੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਡਾਇਬਟੀਜ਼ ਬਣਾਉਣਗੇ, ਜਾਂ ਸ਼ੂਗਰ ਵਧਾ ਦੇਣਗੇ, BP ਵਧਾ ਦੇਣਗੇ, ਕੋਲੈਸਟਰੋਲ ਵਧੂਗਾ, ਉਹ ਅਲਟੀਮੇਟਲੀ ਹਾਰਟ ਦੀ ਨਾੜੀਆਂ, ਬ੍ਰੇਨ ਦੀ ਨਾੜੀਆਂ, ਸਾਰੇ ਕਿਤੇ ਜਾ ਕੇ ਡਿਪੋਜ਼ਿਟ ਹੋਊਗਾ, ਤੇ ਉਸੇ ਕਾਰਨ ਹੀ ਇਹ ਸਾਰੀ ਪ੍ਰੋਬਲਮ ਸਾਡੀ। ਸੋ ਅਸੀਂ ਜਿਹੜੀ ਅਗਲੀ ਟੌਪਿਕ ਦੀ ਗੱਲ ਹੈ ਅਜੇ ਹੋਰ ਰਹਿੰਦੀ ਹੈ, ਉਹ ਆਪਣੇ ਅਗਲੇ ਉਹਦੇ 'ਚ ਐਪੀਸੋਡ 'ਚ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਥੈਂਕ ਯੂ।